वाहिगुरु। श्री नानक पद पंकज बंदन, पद पंकज बंदन। सिमरो अंगद दुख निकंदन, अमरदास गुर हृदय त्यामो, गुर हृदय त्यामो। श्री गुर रामदास गुण गावो, श्री अर्जन विघ्नन के नाशक, विघ्नन के नाशक। हरि गोबिंद शुभ समत प्रकाशक, श्री हरि राय नमो कर जोरी, नमो कर जोरी। श्री हरि कृष्ण मनाए बहारी, तेग बहादुर परम कृपाला जी, परम कृपाला। श्री गुरु गोबिंद सिंह विशाला, तरों तरा पार पुन पुन सीसा, मैं पुन पुन सीसा। बंदो बार बार जगदीशा, जिसमें है अमृत ज्ञान है, मानुख भगत वैराग। श्री गुरु ग्रंथ साहिब उदद बंदो कार्य अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर तार। एकंकारा सतगुरु, तिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। दोहरा सतु सिख सपार जा, प्रेम करे मन मारे। श्री अर्जन सब जान कर, पहुँचे तिस घर मारे। सतु सिख सपार जा, प्रेम करे मन माहे। श्री अर्जन सब जान कर, पहुँचे तिस घर माहे। चवर छत्र तख्त दे मालक धन धन साहिब श्री गुरु ग्रंथ साहिब जी सच्चे पातशाह, राजन के राजा महाराजन के महाराज,
ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਐਸੀਆਂ ਬਰਕਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਤਿਨਾਂ ਦੀ ਪਾਵਨ ਪਵਿੱਤਰ ਆਰਬਲਾ ਦੇ ਵਿੱਚ ਬਿਰਾਜਮਾਨ ਹੋਈ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਜੀ। ਮਿਲ ਕਰਕੇ ਆਖਣਾ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਗੱਦੀ ਦੇ 5ਵੇਂ ਵਾਰਸ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਜੋ ਨੇੜੇ ਆ ਰਿਹਾ ਹੈ, ਉਹਦੇ ਸੰਬੰਧ ਦੇ ਵਿੱਚ ਸੇਵਕਾਂ ਦੇ ਵੱਲੋਂ ਲੜੀਵਾਰ ਕਥਾ ਜੋ ਆਰੰਭ ਕੀਤੀ ਗਈ ਹੈ, ਆਓ ਉਸ ਕਥਾ ਨੂੰ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰਨਾ ਕਰੀਏ। ਜਿਵੇਂ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਜੀ ਕਿਵੇਂ ਸ਼ਹਾਦਤ ਦੇਣ ਦੇ ਲਈ ਲਾਹੌਰ ਦੇ ਵਿੱਚ ਆਉਂਦੇ ਨੇ, ਉਹ ਥੋੜ੍ਹਾ ਜਿਹਾ ਪ੍ਰਸੰਗ ਪਹਿਲਾਂ ਆਪਾਂ ਵਾਚ ਕਰਕੇ ਫਿਰ ਜਿਵੇਂ ਅੱਗੇ ਅਧਿਆਏ ਆ ਰਿਹਾ ਹੈ ਉਸ ਨੂੰ ਸਰਵਣ ਕਰਨਾ ਕਰਾਂਗੇ। ਜਦੋਂ ਜਹਾਂਗੀਰ ਨੇ ਆਪਣੇ ਪੁੱਤਰ ਦੇ ਨਾਲ ਝਗੜਾ ਹੋਣ ਕਰਕੇ ਤੇ ਆਪਣੇ ਪੁੱਤਰ ਖੁਸਰੋ ਨੂੰ ਆਪਣੇ ਘਰ ਦੇ ਵਿੱਚੋਂ ਬੇਦਖਲ ਕਰ ਦਿੱਤਾ, ਆਪਣੀ ਸਾਰੀ ਜ਼ਮੀਨ ਜਾਇਦਾਦ ਦੇ ਵਿੱਚੋਂ ਨਿਕਾਲਾ ਦੇ ਦਿੱਤਾ ਤੇ ਖੁਸਰੋ ਸਭ ਕੁਝ ਛੱਡਦਾ ਹੋਇਆ, ਆਪਣੇ ਸਾਰੇ ਰਾਜ ਮਹਿਲਾਂ ਨੂੰ ਛੱਡਦਾ ਹੋਇਆ ਤੁਰਦਾ ਤੁਰਦਾ ਆ ਰਿਹਾ ਹੈ। ਅੱਗੇ ਆ ਕਰਕੇ ਦਰਸ਼ਨ ਹੁੰਦੇ ਨੇ ਤਰਨਤਾਰਨ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੇ ਬਾਰੇ ਪਤਾ ਲੱਗਦਾ ਏ ਵੀ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਢੋਈ ਦਿੰਦੇ ਨੇ, ਜਿੰਨੇ ਵੀ ਪਾਪੀ ਹਨ ਦੋਖੀ ਹਨ, ਜਿਹੜਾ ਗੁਰੂ ਨਾਨਕ ਦੇ ਦਰ ਦੇ ਉੱਪਰ ਨਿਮਰਤਾ ਦੇ ਵਿੱਚ ਆ ਕੇ ਮੱਥਾ ਟੇਕ ਦੇਵੇ, ਗੁਰੂ ਸਾਹਿਬ ਜੀ ਸਭ ਕੁਝ ਬਖਸ਼ਿਸ਼ਾਂ ਦੇ ਦਿੰਦੇ ਨੇ। ਖੁਸਰੋ ਨੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਵਡਿਆਈ ਸੁਣੀ, ਜਿੰਨੀ ਵੀ ਉਹਦੇ ਨਾਲ ਥੋੜ੍ਹੀ ਬਹੁਤੀ ਫੌਜ ਸੀ, ਉਹਦੇ ਸਾਥੀ ਸਨ, ਉਹਨਾਂ ਦੇ ਨਾਲ ਮਿਲ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਆਇਆ ਹੈ। ਆ ਕਰਕੇ ਸਾਰਾ ਕੁਝ ਦੱਸਣਾ ਕੀਤਾ ਵੀ ਕਿਸ ਤਰੀਕੇ ਨਾਲ ਜਹਾਂਗੀਰ ਨੇ ਉਸ ਨੂੰ ਕੱਢਿਆ ਹੈ। ਸਭ ਕੁਝ ਦੱਸਦਾ ਹੋਇਆ ਗੁਰੂ ਅਰਜਨ ਪਾਤਸ਼ਾਹ ਅੱਗੇ ਬੇਨਤੀਆਂ ਕਰਦਾ ਹੈ, ਮਿੰਨਤਾਂ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਨਿਮਰਤਾ ਦੇ ਘਰ ਵਿੱਚ ਆ ਕੇ ਉਹਨੂੰ ਬੜਾ ਹੀ ਦਾਨ ਦੇਣਾ ਕਰਦੇ ਹਨ। ਸਭ ਕੁਝ ਦਾਨ ਲੈਣ ਤੋਂ ਬਾਅਦ ਜਦੋਂ ਚੱਲਣ ਲੱਗਾ, ਇਤਿਹਾਸਕਾਰ ਲਿਖਦੇ ਨੇ 5000 ਰੁਪਈਆ ਵੀ ਖੁਸਰੋ ਨੂੰ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਭੇਟਾ ਦੇ ਤੌਰ ਤੇ ਬਖਸ਼ਿਸ਼ ਕੀਤੀ। 5000 ਰੁਪਈਆ ਲੈ ਕੇ ਖੁਸਰੋ ਜਦੋਂ ਉੱਥੋਂ ਚੱਲਣ ਲੱਗਾ, ਉਸ ਵੇਲੇ ਚੰਦੂ ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਨਾਲ ਬੜਾ ਲੱਗਦਾ ਸੀ, ਉਹਦਾ ਇੱਕ ਸੂਹੀਆ ਉੱਥੇ ਸੀ। ਉਸਨੇ ਚੰਦੂ ਨੂੰ ਦੱਸ ਦਿੱਤਾ ਵੀ ਜਿਹੜੇ ਜਹਾਂਗੀਰ ਨੇ ਆਪਣੇ ਪੁੱਤਰ ਨੂੰ ਘਰ ਵਿੱਚੋਂ ਕੱਢਿਆ ਏ, ਉਸ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੇ ਗੁਰੂ ਅਰਜਨ ਪਾਤਸ਼ਾਹ ਨੇ ਢੋਈ ਦਿੱਤੀ ਏ। ਜਦੋਂ ਚੰਦੂ ਅੱਗੇ ਬੜਾ ਤਪਿਆ ਪਿਆ ਸੀ, ਕੋਈ ਕਾਰਨ ਲੱਭਦਾ ਸੀ ਗੁਰੂ ਘਰ ਦੇ ਨਾਲ ਟੱਕਰ ਲੈਣ ਦੇ ਲਈ, ਜਦੋਂ ਪਤਾ ਲੱਗਾ ਤੇ ਉਸ ਵੇਲੇ ਚੰਦੂ ਨੇ ਜਹਾਂਗੀਰ ਨੂੰ ਜਾ ਕੇ ਦੱਸਿਆ। ਜਹਾਂਗੀਰ ਨੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਪਣੇ ਕੋਲ ਸੱਦਣਾ ਕੀਤਾ ਹੈ। ਚੰਦੂ ਨੇ ਬੜੇ ਹੀ ਆਪਣੇ ਕੋਲੋਂ ਹੋਰ ਗੱਲਾਂ ਬਣਾ ਕਰਕੇ ਦਸੀਆਂ, ਇਹ ਜਹਾਂਗੀਰ ਤੂੰ ਹੁਕਮ ਕੀਤਾ ਸੀ, ਤੂੰ ਬਾਦਸ਼ਾਹ ਏ ਕਿ ਤੇਰੇ ਪੁੱਤਰ ਨੂੰ ਕੋਈ ਵੀ ਢੋਈ ਨਾ ਦਵੇ, ਜਿਹੜਾ ਵੀ ਢੋਈ ਦਵੇਗਾ ਉਹਦਾ ਸਾਥ ਦਵੇਗਾ ਤੇਰਾ ਵੈਰੀ ਏ। ਇਹ ਗੁਰੂ ਅਰਜਨ ਜਿਹੜਾ ਗੁਰੂ ਨਾਨਕ ਦੇ ਤਖਤ ਦੇ ਉੱਪਰ ਬੈਠਾ ਏ, ਇਹ ਤੇਰੇ ਵਿਰੁੱਧ ਚੱਲਦਾ ਏ। ਇਸ ਤਰੀਕੇ ਦੀਆਂ ਬੜੀਆਂ ਮਾੜੀਆਂ ਗੱਲਾਂ ਕਹਿ ਕਰਕੇ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਜਹਾਂਗੀਰ ਨੂੰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਵਿਰੁੱਧ ਭਟਕਾਉਣਾ ਕੀਤਾ। ਉਸ ਵੇਲੇ ਜਹਾਂਗੀਰ ਨੇ ਇੱਕ ਚਿੱਠੀ ਲਿਖ ਕਰਕੇ ਭੇਜੀ ਕਿ ਜਾ ਕਰਕੇ ਗੁਰੂ ਅਰਜਨ ਦੇ ਕੋਲ ਭੇਜ ਦੇਵੋ ਤੇ ਉਸ ਨੂੰ ਕਹਿਣਾ ਕਰੋ 2 ਲੱਖ ਮੋਹਰਾਂ ਸਾਡੇ ਰਾਜ ਮਹਿਲ ਦੇ ਲਈ, ਸਰਕਾਰੀ ਖਜ਼ਾਨੇ ਦੇ ਲਈ ਦੇਣਾ ਕਰੋ। ਜੇ ਨਹੀਂ ਦੇਣਗੇ ਤਾਂ ਗੁਰੂ ਅਰਜਨ ਨੂੰ ਫੜ ਕੇ ਸਾਡੇ ਕੋਲ ਲਾਹੌਰ ਇੱਥੇ ਪੇਸ਼ ਕਰਨਾ ਕਰੋ। ਇਹ ਚਿੱਠੀ ਜਦੋਂ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਪੁੱਜੀ ਹੈ, ਜਾ ਕਰਕੇ ਜਿਹੜਾ ਚਿੱਠੀ ਲੈ ਕੇ ਗਿਆ ਸਾਰਾ ਵਰਤਾਂਤ ਦੱਸਣ ਲੱਗਾ। ਪਰ ਕੀ ਕਰਦਾ, ਅੱਗੇ ਸੁਖਮਣੀ ਸਾਹਿਬ ਦੀ ਰਚਨਾ ਕਰਨ ਵਾਲਾ ਗੁਰੂ ਅਰਜਨ ਪਾਤਸ਼ਾਹ ਬੈਠਾ ਹੈ, ਸਾਰਿਆਂ ਦੇ ਹਿਰਦਿਆਂ ਨੂੰ ਠੰਡ ਪਾਉਣ ਵਾਲਾ ਗੁਰੂ ਅਰਜਨ ਪਾਤਸ਼ਾਹ ਬੈਠਾ ਹੈ।
ਜਦੋਂ ਦਰਸ਼ਨ ਕੀਤੇ ਜਾ ਕਰਕੇ ਚਿੱਠੀ ਦੇਣ ਵਾਲੇ ਨੇ ਵੇਖ ਕਰਕੇ ਮੁਖ ਦੇ ਵਿੱਚੋਂ ਕੁਝ ਬੋਲਿਆ ਨਾ ਗਿਆ। ਇਸ ਇੱਕਦਮ ਵੇਖ ਕਰਕੇ ਸਰੀਰ ਠੰਡਾ ਠਾਰ ਹੋ ਗਿਆ, ਨੇਤਰਾਂ ਦੇ ਵਿੱਚ ਅਥਰੂ ਆ ਗਏ। ਚਿੱਠੀ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਫੜਾਈ ਏ। ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਚਿੱਠੀ ਨੂੰ ਪੜ੍ਹਾ ਕਰਕੇ ਉਸ ਗੱਲ ਨੂੰ ਸੁਣ ਕਰਕੇ ਗੁਰੂ ਸਾਹਿਬ ਜੀਆਂ ਨੇ ਲਾਹੌਰ ਦੀ ਤਰਫ ਚਾਲਾ ਮਾਰਨਾ ਕੀਤਾ ਹੈ। ਇਹ ਜਿਹੜਾ ਪ੍ਰਸੰਗ ਪਹਿਲਾਂ ਆਇਆ ਸੀ, ਅੱਗੇ ਕਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸੱਧੂ ਭਾਈ ਦੇ ਘਰ ਵਿੱਚ ਜਾ ਕਰਕੇ ਲਾਹੌਰ ਦੇ ਵਿੱਚ ਆਪਣਾ ਡੇਰਾ ਲਾਉਣਾ ਕਰਦੇ ਨੇ, ਕਿਸ ਪ੍ਰਕਾਰ ਅੱਗੇ ਦਾ ਪ੍ਰਸੰਗ ਆ ਰਿਹਾ ਹੈ। ਬੜੇ ਹੀ ਪ੍ਰੇਮ ਦੇ ਨਾਲ ਆਪਾਂ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿ ਸਿੱਖ ਸਭਾਰ ਜਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਦੀ ਤਰਫ ਨੂੰ ਚਾਲਾ ਮਾਰਦੇ ਨੇ, ਸੱਚੇ ਪਾਤਸ਼ਾਹ ਜੀਆਂ ਨੇ ਪਹਿਲਾਂ ਦੀ ਤਰ੍ਹਾਂ ਜੋ ਰੀਤ ਹੈ ਕਿ ਆਪਣੇ ਤੋਂ ਅੱਗੇ ਗੁਰਤਾ ਗੱਦੀ ਦਾ ਤਿਲਕ ਦੇਣਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਬਾਬਾ ਬੁੱਢਾ ਜੀਆਂ ਨੂੰ ਆਪਣੇ ਕੋਲ ਸੱਦਿਆ ਏ। ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਲੈ ਕਰਕੇ ਸਾਰੇ ਹੀ ਜਿੰਨੇ ਗੁਰੂ ਸਾਹਿਬ ਜੀ ਹਨ, ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਬਾਅਦ ਆਪ ਜੀਆਂ ਨੇ ਸਾਰਿਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣਾ ਕੀਤਾ ਏ। ਹੁਣ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ, ਬਾਬਾ ਬੁੱਢਾ ਜੀ ਆਪਣੀ ਉਸੇ ਜਿਹੜੀ ਰੀਤ ਨੂੰ ਸੰਭਾਲਣਾ ਕਰੋ। ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੂੰ ਸੱਦਣਾ ਕੀਤਾ ਏ। ਨਾਲ ਭਾਈ ਗੁਰਦਾਸ ਜੀ ਚੱਲ ਕਰਕੇ ਆਉਂਦੇ ਨੇ। ਜਦੋਂ ਕੋਲ ਆਏ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਆਪਣੇ ਪੁੱਤਰ ਨੂੰ, ਪੁੱਤਰ ਤੇਰੀ ਹੁਣ ਉਮਰ ਜਿਹੜੀ ਹੈ ਉਹ ਵੱਡੀ ਹੋ ਗਈ ਹੈ, ਤੇਰੀ ਆਰਬਲਾ ਬਹੁਤ ਵੱਡੀ ਹੋ ਗਈ ਹੈ। ਹੁਣ ਤੂੰ ਗੁਰੂ ਨਾਨਕ ਦੇ ਤਖਤ ਦੇ ਉੱਪਰ ਬੈਠਣ ਦੇ ਲਾਇਕ ਹੈ। ਜਿਹੜੇ ਪਹਿਲੇ ਗੁਰੂ ਸਾਹਿਬ ਜੀ ਹੋਏ ਹਨ ਉਹ ਸ਼ਾਂਤੀ ਦੇ ਪੁੰਜ ਹੋਏ ਨੇ, ਪਰ ਹੁਣ ਜਿਹੜਾ ਸਮਾਂ ਹੈ ਸ਼ਾਂਤੀ ਦਾ ਸਮਾਂ ਨਹੀਂ। ਹੁਣ ਹਥਿਆਰਬੰਦ ਹੋ ਕਰਕੇ ਗੁਰੂ ਨਾਨਕ ਦੇ ਤਖਤ ਦੇ ਉੱਪਰ ਸੱਜਣਾ ਪਵੇਗਾ। ਉਸ ਵੇਲੇ ਬਾਬਾ ਬੁੱਢਾ ਜੀ ਕੋਲ ਨੇ। ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਜਿਹੜੀ ਰੀਤੀ ਆਪ ਦੱਸ ਰਹੇ ਹੋ ਤਿਲਕ ਲਾਉਣ ਦੀ, ਇਹ ਤਾਂ ਉਦੋਂ ਤਿਲਕ ਲਾਇਆ ਜਾਂਦਾ ਏ ਜਦੋਂ ਗੁਰੂ ਸਾਹਿਬ ਜੀ ਆਪਣਾ ਸਰੀਰਕ ਚੋਲਾ ਜਿਹੜਾ ਤਿਆਗ ਦਿੰਦੇ ਨੇ। ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਸਾਡੇ ਸਾਹਮਣੇ ਪ੍ਰਤੱਖ ਹੋ, ਫਿਰ ਆਪ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਹੁਣ ਸਾਨੂੰ ਅਗਲਾ ਆਉਣ ਵਾਲਾ ਸਮਾਂ ਦਿਖਾਈ ਦੇ ਰਿਹਾ ਹੈ। ਲਾਹੌਰ ਦੇ ਵਿੱਚ ਜਾ ਕਰਕੇ ਸਾਨੂੰ ਕਰਾਮਾਤ ਦਿਖਾਉਣ ਦੇ ਲਈ ਕਹਿਣਗੇ, ਪਰ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਉਣੀ ਬਹੁਤ ਵੱਡਾ ਗੁਨਾਹ ਹੈ, ਪਾਪ ਹੈ। ਅਸੀਂ ਨਹੀਂ ਦਿਖਾਵਾਂਗੇ। ਉਸ ਵੇਲੇ ਸਾਨੂੰ ਉੱਥੇ ਸ਼ਹਾਦਤ ਦੇਣੀ ਪਵੇਗੀ। ਇਹ ਜਿਹੜੇ ਮਲੇਸ਼ ਹਨ, ਮੁਗਲ ਹਨ, ਇਹਨਾਂ ਦਾ ਬਹੁਤ ਰਾਜ ਜਿਹੜਾ ਹੈ, ਇਹਨਾਂ ਦਾ ਤਪ ਤੇਜ ਵੱਧਦਾ ਪਿਆ ਏ ਤੇ ਇਹਨਾਂ ਦਾ ਤਪ ਤੇਜ ਮਿਟਾਉਣ ਦੇ ਲਈ ਕਿਸੇ ਦੀ ਸ਼ਹਾਦਤ ਜ਼ਰੂਰੀ ਏ। ਇਸ ਲਈ ਹੁਣ ਸਾਨੂੰ ਸ਼ਹਾਦਤ ਦੇਣੀ ਪਵੇਗੀ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਬਾਬਰ ਕਿਆਂ ਨੂੰ ਵਰ ਦੇ ਦਿੱਤਾ ਸੀ ਤੁਹਾਡਾ ਰਾਜ ਸਦਾ ਹੀ ਅਟਲ ਰਹੇਗਾ, ਪਰ ਗੁਰੂ ਨਾਨਕ ਪਾਤਸ਼ਾਹ ਉਸ ਵਾਹਿਗੁਰੂ ਦਾ ਹੁਕਮ ਜਿਹੜਾ ਮਿਟਾਉਣਾ ਸੌਖੀ ਗੱਲ ਨਹੀਂ। ਜੇ ਕਿਸੇ ਬਲੀ ਪੈਗੰਬਰ ਦਾ ਹੁਕਮ ਜਿਹੜਾ ਰੋਕਣਾ ਹੋਵੇ, ਮਿਟਾਉਣਾ ਹੋਵੇ, ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਉਸ ਵੇਲੇ ਸ਼ਹਾਦਤਾਂ ਜ਼ਰੂਰੀ ਹਨ। ਬਿਨਾਂ ਸ਼ਹਾਦਤ ਤੋਂ ਉਸ ਵਾਹਿਗੁਰੂ ਦਾ ਜਿਹੜਾ ਹੁਕਮ ਕੱਟਿਆ ਨਹੀਂ ਜਾ ਸਕਦਾ। ਇਸ ਲਈ ਬਾਬਾ ਬੁੱਢਾ ਜੀ ਹੁਣ ਸਾਡੇ ਕਈ ਹੁਕਮ ਅਨੁਸਾਰ ਸਾਡੀ ਗੱਦੀ ਦਾ ਤਿਲਕ ਜਿਹੜਾ ਹੈ ਗੁਰੂ ਹਰਗੋਬਿੰਦ ਨੂੰ ਲਾ ਕਰਕੇ, ਹਰਗੋਬਿੰਦ ਨੂੰ ਗੱਦੀ ਦੇ ਉੱਪਰ ਬਿਠਾ ਕਰਕੇ ਗੁਰੂ ਨਾਨਕ ਦੀ ਗੱਦੀ ਦਾ 6ਵਾਂ ਵਾਰਸ ਬਣਾ ਦਿੱਤਾ ਜਾਵੇ ਤੇ ਸਾਡੇ ਇੱਥੋਂ ਗਮਨ ਹੋਣ ਤੋਂ ਬਾਅਦ, ਚਲੇ ਜਾਣ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ ਉੱਪਰ ਬਿਰਾਜਣਗੇ ਤੇ ਸ਼ਸਤਰ ਧਾਰੀ ਹੋਣਗੇ। ਉਸ ਵੇਲੇ ਬਾਬਾ ਬੁੱਢਾ ਜੀਆਂ ਨੇ ਇਸੇ ਪ੍ਰਕਾਰ ਹੀ ਕੀਤਾ। ਚੰਦਨ ਦਾ ਤਿਲਕ ਜਿਹੜਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਮੱਥੇ ਦੇ ਉੱਪਰ ਲਾ ਕਰਕੇ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਪ੍ਰਕਰਮਾ ਕੀਤੀਆਂ, 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਫਿਰ ਬਾਬਾ ਬੁੱਢਾ ਜੀਆਂ ਨੇ ਤਿਲਕ ਲਾ ਕਰਕੇ ਰਸਮ ਜਿਹੜੀ ਪੂਰੀ ਕੀਤੀ ਹੈ। ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਧਰਮ ਸਮਪਤਨੀ ਦੇ ਕੋਲ
ਮਾਤਾ ਗੰਗਾ ਜੀਆਂ ਦੇ ਕੋਲ ਗਏ ਨੇ, ਜਾ ਕਰਕੇ ਉਪਦੇਸ਼ ਦਿੰਦੇ ਨੇ ਵੀ ਸਾਡੇ ਪਿੱਛੋਂ ਡੋਲਣਾ ਨਹੀਂ, ਇਹ ਸਦਾ ਹੀ ਹੁੰਦਾ ਰਿਹਾ ਹੈ ਤੇ ਹੁੰਦਾ ਰਹੇਗਾ। ਜੋ ਵੀ ਵਿਅਕਤੀ ਇਸ ਜਹਾਨ ਦੇ ਵਿੱਚ ਆਇਆ ਹੈ ਉਸਨੇ ਇੱਥੋਂ ਚਲੇ ਜਾਣਾ ਹੈ, ਕੋਈ ਵੀ ਸਦੀਵ ਤੌਰ ਤੇ ਇੱਥੇ ਰਹਿ ਨਹੀਂ ਸਕਦਾ। ਜੋ ਵੀ ਆਇਆ ਹੈ ਉਸ ਨੂੰ ਜਾਣਾ ਪਵੇਗਾ ਤੇ ਵਾਹਿਗੁਰੂ ਦਾ ਜੋ ਵੀ ਹੁਕਮ ਹੈ ਉਸ ਨੂੰ ਸੱਤ ਕਰਕੇ ਮੰਨਣਾ। ਅੱਖਾਂ ਦੇ ਵਿੱਚ ਨੀਰ ਨਾ ਲਿਆਉਣਾ, ਅੱਖਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੁਦਨ ਨਹੀਂ ਕਰਨਾ, ਮਨ ਦੇ ਵਿੱਚ ਕੋਈ ਵੀ ਮਾੜੇ ਖਿਆਲ ਨਹੀਂ ਲਿਆਉਣੇ, ਉਸ ਵਾਹਿਗੁਰੂ ਦਾ ਹੁਕਮ ਸੱਤ ਕਰਕੇ ਮੰਨ ਲੈਣਾ। ਐਸੇ ਉਪਦੇਸ਼ ਦੇ ਕਰਕੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉੱਥੋਂ ਚਾਲਾ ਮਾਰਦੇ ਹਨ। ਚਾਲਾ ਮਾਰ ਕਰਕੇ ਲਾਹੌਰ ਦੇ ਵਿੱਚ ਆਉਂਦੇ ਨੇ ਤੇ ਲਾਹੌਰ ਦੇ ਵਿੱਚ ਭਾਈ ਸੱਧੂ ਸਿੱਖ ਹੈ, ਉਸ ਦੇ ਘਰ ਵਿੱਚ ਆ ਕਰਕੇ ਬਿਰਾਜਨਾ ਕਰਦੇ ਹਨ ਸੱਚੇ ਪਾਤਸ਼ਾਹ। ਜਿਹੜਾ ਭਾਈ ਸੱਧੂ ਆਪਣੀ ਪਤਨੀ ਦੇ ਨਾਲ ਆਪਣੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਬੜੇ ਹੀ ਪ੍ਰੇਮ ਦੇ ਨਾਲ ਰਹਿੰਦਾ ਹੈ ਜੀ। ਪ੍ਰੇਮ ਕਰੇ ਮਨ ਮਾਹੇ, ਤੇ ਮਨ ਦੇ ਵਿੱਚ ਬੜਾ ਹੀ ਪ੍ਰੇਮ ਕਰਦਾ ਹੈ, ਕਿਸੇ ਦੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ, ਸਾਰਿਆਂ ਦੇ ਨਾਲ ਪ੍ਰੇਮ ਕਰਦਾ ਹੈ। ਗੁਰੂ ਘਰ ਦੇ ਪ੍ਰਤੀ ਪ੍ਰੇਮ ਹੈ ਤੇ ਆਪਣੀ ਧਰਮ ਸੁਪਤਨੀ ਦੇ ਨਾਲ ਵੀ ਬੜੇ ਹੀ ਪ੍ਰੇਮ ਦੇ ਨਾਲ ਰਹਿਣਾ ਕਰਦਾ ਹੈ ਤੇ ਬੜੀ ਹੀ ਜਿਹੜੀ ਸਰਲ ਜ਼ਿੰਦਗੀ ਹੈ ਗੁਰੂ ਦਾ ਨਾਮ ਜਪ ਕਰਕੇ ਬਤੀਤ ਕਰ ਰਹੇ ਹਨ। ਸ੍ਰੀ ਅਰਜਨ ਸਭ ਜਾਣ ਕਰ। ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਦੇ ਅੰਦਰ ਦੀ ਜਾਣਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਜਿਹੜਾ ਪੀਰ ਹੈ, ਉਹ ਜਿਹੜਾ ਵਲੀ ਪਰਮਾਤਮਾ ਹੈ, ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਇਸੇ ਪ੍ਰਕਾਰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉਸ ਸੱਧੂ ਸਿੱਖ ਦੇ ਮਨ ਦੀ ਜਾਣ ਕਰਕੇ ਜੀ ਪਹੁੰਚੇ ਤਿਸ ਘਰ ਮਾਹੇ। ਉਸ ਸਿੱਖ ਦੇ ਮਨ ਦੀ ਇੱਛਾ ਨੂੰ ਜਾਣ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉਸ ਸੱਧੂ ਸਿੱਖ ਦੇ ਘਰ ਵਿੱਚ ਆ ਕਰਕੇ ਪਹੁੰਚੇ ਹਨ ਜੀ। ਕਿਉ ਬਈ ਹੀਰ ਆਨੰਦ ਰੂਪ ਗੁਰ ਕੇਰਾ। ਤੇ ਕਵੀ ਜੀ ਕਹਿੰਦੇ ਜਦੋਂ ਦੀਨ ਦੁਨੀ ਦੇ ਮਾਲਕ ਗੁਰੂ ਅਰਜਨ ਪ੍ਰਤੱਖ ਹਰ, ਜਦੋਂ ਹਰੀ ਪਰਮਾਤਮਾ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉਸ ਸਿੱਖ ਦੇ ਘਰ ਵਿੱਚ ਜਾ ਕਰਕੇ ਪਹੁੰਚੇ ਹਨ, ਉਸ ਸਿੱਖ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਦਾ ਚਿਹਰਾ ਦੇਖ ਕਰਕੇ, ਚਿਹਰੇ ਦੇ ਉੱਪਰ ਲਾਲੀ ਹੈ, ਠੰਡਾ ਸਰੂਪ ਦੇਖ ਕਰਕੇ ਸੱਚੇ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰਨਾ ਕੀਤੀ ਹੈ। ਵੰਦਨ ਕਰੀ ਚਰਨ ਤਿਸ ਬੇਰਾ। ਉਸ ਵੇਲੇ ਉਸ ਸਿੱਖ ਨੇ ਆਪਣੇ ਹੱਥਾਂ ਨੂੰ ਜੋੜ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਉੱਪਰ ਆਪਣੇ ਹੱਥਾਂ ਨੂੰ ਰੱਖ ਕੇ ਆਪਣੇ ਮਸਤਕ ਨੂੰ ਮਹਾਰਾਜ ਜੀਆਂ ਦੇ ਚਰਨਾਂ ਨਾਲ ਛੁਹਾ ਕਰਕੇ ਨਮਸਕਾਰ ਕਰਦਾ ਹੈ ਜੀ। ਘਟ ਘਟ ਕੇ ਨਿਤ ਅੰਤਰ ਉਰ ਕੀ। ਤੇ ਉਸ ਵੇਲੇ ਭਾਈ ਸੱਧੂ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਵੀ ਵਿਚਾਰਾਂ ਕਰਦਾ ਏ ਵੀ ਜਿਹੜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਹਨ ਉਹ ਸਾਰਿਆਂ ਦੇ ਅੰਤਰ ਦੀ ਜਾਣਦੇ ਹਨ। ਤੇ ਕਵੀ ਜੀ ਵੀ ਕਹਿੰਦੇ ਨੇ ਜਿਹੜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਹਨ ਸਾਰਿਆਂ ਦੇ ਅੰਦਰ ਦੀ ਜਿਹੜੀ ਵੇਦਨਾ ਹੈ, ਜੋ ਵੀ ਵਿਅਕਤੀ ਦੇ ਅੰਦਰ ਚੱਲਦਾ ਹੈ, ਜੋ ਸ਼ਰਧਾ ਧਾਰ ਕੇ ਗੁਰੂ ਦੇ ਅੱਗੇ ਨਮਸਕਾਰ ਕਰਦਾ ਹੈ, ਗੁਰੂ ਅਰਜਨ ਪਾਤਸ਼ਾਹ ਜੀ ਸਾਰਿਆਂ ਦੇ ਅੰਦਰ ਦੀ ਜਾਣਦੇ ਹਨ। ਦਾਸ ਕਾਮਨਾ ਪੁਰੋ ਸੁਆਮੀ। ਉਸ ਵੇਲੇ ਭਾਈ ਸੱਧੂ ਜਿਹੜਾ ਹੈ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਸਾਰਿਆਂ ਦੇ ਅੰਦਰ ਦੀ ਜਾਣਦੇ ਹੋ, ਕਿਰਪਾ ਕਰਕੇ ਇਸ ਦਾਸ ਦੇ ਮਨ ਦੀ ਜਾਣਦੇ ਹੋ ਆਪ, ਤੇ ਕਿਰਪਾ ਕਰਕੇ ਮੇਰੇ ਮਨ ਦੀ ਜਿਹੜੀ ਇੱਛਾ ਹੈ ਉਸ ਦੀ ਪੂਰਤੀ ਕਰਨਾ ਕਰੋ ਜੀ। ਧਨੀ ਸਿੱਖ ਧਰਮਸ਼ਾਲਾ ਛੋਰ। ਭਾਈ ਸੱਧੂ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਮਨ ਦੀ ਵੀ ਜਾਣ ਲਈ, ਮੇਰੇ ਅੰਦਰ ਇੱਛਾ ਸੀ ਆਪ ਜੀਆਂ ਦੇ ਦਰਸ਼ਨ ਦੀਦਾਰੇ ਕਰਾਂਗਾ। ਤੁਹਾਡੇ ਕੋਲ ਬੜੇ ਹੀ ਧਨੀ ਸਿੱਖ ਨੇ, ਬਹੁਤ ਹੀ ਮਾਇਆਧਾਰੀ ਸਿੱਖ ਵੀ ਤੁਹਾਡੇ ਦਰ ਤੇ ਆਉਂਦੇ ਨੇ, ਬੜੇ ਧਨਵਾਟ ਸਿੱਖ ਵੀ ਸੱਚੇ ਪਾਤਸ਼ਾਹ ਤੇਰੇ ਦਰ ਦੇ ਉੱਪਰ ਆ ਕੇ ਝੁਕਦੇ ਨੇ। ਤੇ ਜਿਹੜੀ ਧਰਮਸ਼ਾਲਾ ਤੂੰ ਬਣਾਈ ਏ, ਐਡੀ ਤਗੜੀ ਧਰਮਸ਼ਾਲਾ ਨੂੰ ਛੱਡ ਕੇ, ਐਡੇ ਧਨੀ ਸਿੱਖਾਂ ਨੂੰ ਛੱਡ ਕੇ ਇਸ ਗਰੀਬ ਸਿੱਖ ਦੇ ਮਨ ਦੀ ਵੇਦਨਾ ਨੂੰ ਜਾਣ ਕਰਕੇ ਜੀ ਔਰ ਕੀ ਲਖ ਆਏ ਮੁਰ ਔਰ। ਤੇ ਮੇਰੇ ਹਿਰਦੇ ਦੀ ਇੱਛਾ ਨੂੰ ਜਾਣ ਕੇ
हे ਗੁਰੂ ਅਰਜਨ ਪਾਤਸ਼ਾਹ, ਮੇਰੇ ਗਰੀਬ ਦੇ ਘਰ ਵਿੱਚ ਤੁਸੀਂ ਆਉਣਾ ਕੀਤਾ ਹੈ। ਦੀਨ ਬੰਦ ਯਾਹੀ ਤੇ ਕਹ। ਤੇ ਭਾਈ ਸੱਧੂ ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਨੂੰ ਐਵੇਂ ਨਹੀਂ ਦੁਨੀਆ ਦੀਨਾ ਬੰਧੂ ਕਹਿੰਦੀ। ਤੁਸੀਂ ਦੀਨਾਂ ਨੂੰ, ਗਰੀਬਾਂ ਨੂੰ ਰੱਖਣ ਵਾਲੇ ਹੋ, ਤੁਸੀਂ ਗਰੀਬਾਂ ਨੂੰ ਪਾਲਣ ਵਾਲੇ ਹੋ। ਸੱਚੇ ਪਾਤਸ਼ਾਹ ਜੀ, ਇਸ ਕਰਕੇ ਸਾਰੀ ਦੁਨੀਆ ਤੁਹਾਨੂੰ ਦੀਨਾ ਬੰਧੂ ਕਹਿ ਕੇ ਬੁਲਾਉਂਦੀ ਹੈ ਜੀ। ਬਸੀ ਤੁਮਕੋ ਸਬਦ ਹੈ। ਤੇ ਤੁਹਾਡੇ ਹਿਰਦੇ ਦੇ ਵਿੱਚ ਬਹੁਤ ਹੀ ਪ੍ਰੇਮ ਹੈ ਸੱਚੇ ਪਾਤਸ਼ਾਹ। ਤੁਹਾਡੇ ਹਿਰਦੇ ਦੇ ਵਿੱਚ ਬਹੁਤ ਹੀ ਆਪਣੇ ਸਿੱਖਾਂ ਨਾਲ ਪ੍ਰੇਮ ਹੈ ਤੇ ਤੁਸੀਂ ਸਾਰਿਆਂ ਦੇ ਹਿਰਦੇ ਦਾ ਵੀ ਪ੍ਰੇਮ ਜਾਣਦੇ ਹੋ। ਜਿਹਦੇ ਅੰਦਰ ਸ਼ਰਧਾ ਹੁੰਦੀ ਹੈ, ਤੁਸੀਂ ਪ੍ਰੇਮ ਦੇ ਵਿੱਚ ਭਿੱਜੇ ਹੋਏ ਆਪਣੇ ਸਿੱਖਾਂ ਦੇ ਕੋਲ ਚਲੇ ਆਉਂਦੇ ਹੋ ਜੀ। ਹੱਥ ਜੋਰ ਬਹੁ ਉਸਤਤ ਕਰ ਕੈ। ਤੇ ਕਵੀ ਜੀ ਕਹਿੰਦੇ ਇਸ ਪ੍ਰਕਾਰ ਉਹ ਭਾਈ ਸੱਧੂ ਨੇ ਆਪਣੇ ਦੋਵੇਂ ਹੱਥਾਂ ਨੂੰ ਜੋੜ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਬੜੀ ਹੀ ਉਸਤਤ ਵਡਿਆਈ ਕਰਦੇ ਹਨ। ਕਰੇ ਉਤਾਰੇ ਔਰ ਮੁਦ ਭਰ ਕੈ। ਤੇ ਆਪਣੇ ਮਨ ਦੇ ਵਿੱਚ ਬੜਾ ਹੀ ਪ੍ਰੇਮ ਨੂੰ ਧਾਰਨ ਕਰਕੇ ਜਿਹੜੀ ਸਵਾਰੀ ਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਜੀ ਸਵਾਰ ਹੋ ਕਰਕੇ ਆ ਰਹੇ ਨੇ, ਉਸ ਸਵਾਰੀ ਦੇ ਉੱਪਰੋਂ ਉਸ ਸੱਧੂ ਸਿੱਖ ਨੇ ਮਹਾਰਾਜ ਜੀਆਂ ਨੂੰ ਹੇਠਾਂ ਉਤਾਰਨਾ ਕੀਤਾ ਹੈ। ਲੈ ਕਰ ਗਇਓ ਸਦਨ ਕੇ ਅੰਦਰ। ਫਿਰ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਉਹਨਾਂ ਦੀ ਸਵਾਰੀ ਦੇ ਉੱਪਰ ਉਤਾਰ ਕਰਕੇ ਉਸ ਸੱਧੂ ਸਿੱਖ ਨੇ ਆਪਣੇ ਘਰ ਦੇ ਅੰਦਰ ਖੜਨਾ ਕੀਤਾ ਹੈ। ਨੌਤਨ ਪਲੰਗ ਡਸਾਇਓ ਸੁੰਦਰ। ਤੇ ਫਿਰ ਕਵੀ ਜੀ ਕਹਿੰਦੇ ਉਸ ਵੇਲੇ ਇੱਕ ਨਵਾਂ ਪਲੰਗ ਕੱਢ ਕੇ, ਇੱਕ ਨਵਾਂ ਮੰਜਾ ਜਿਹੜਾ ਕੱਢ ਕੇ ਉਸ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਫਾਈ ਕਰਕੇ ਜੀ ਆਸਤਰਨ ਦੇ ਉੱਪਰ ਛਾਏ। ਤੇ ਉਸ ਪਲੰਗ ਦੇ ਉੱਪਰ ਬੜਾ ਹੀ ਸੋਹਣਾ ਜਿਹੜੇ ਕੱਪੜੇ ਹਨ, ਚਾਦਰ ਹੈ, ਉਹ ਵਿਛਾਉਣਾ ਕੀਤੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਇਸ ਪਲੰਗ ਦੇ ਉੱਪਰ ਬੈਠਣਾ ਕਰਨਗੇ ਜੀ। ਕਾਰ ਬਿਨਤੀ ਸਤਿਗੁਰੂ ਬਿਠਾਏ। ਉਸ ਵੇਲੇ ਉਸ ਸਿੱਖ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਬੇਨਤੀਆਂ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਉਸ ਪਲੰਗ ਦੇ ਉੱਪਰ ਬਿਠਾਉਣਾ ਕੀਤਾ ਹੈ। ਯਥਾ ਸ਼ਕਤ ਕਰ ਅਬਰ ਫਰਸ਼ ਕੋ। ਤੇ ਕਵੀ ਜੀ ਕਹਿੰਦੇ ਜਿਸ ਤਰੀਕੇ ਦੀ ਉਹਦੀ ਸ਼ਮਤਾ ਸੀ, ਜਿੰਨੇ ਜੋਗਾ ਵੀ ਉਹ ਸਿੱਖ ਕੁਝ ਕਰ ਸਕਦਾ ਸੀ, ਉਸ ਸਿੱਖ ਨੇ ਜੋ ਥੱਲੇ ਹੇਠਾਂ ਫਰਸ਼ ਹੈ ਜਿਹੜੀ ਵਿਛਾਈ ਹੈ, ਉਹ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਵਿਛਾਈ ਜਿਹੜੀ ਹੈ ਉਸ ਨੂੰ ਵਿਛਾਉਣਾ ਕੀਤਾ ਹੈ ਜੀ। ਸਿੱਖ ਬਿਠਾਏ ਧਾਰ ਹਰਸ਼ ਕੋ। ਤੇ ਜਿੰਨੇ ਵੀ ਸਿੱਖ ਆਏ ਸਨ, ਸਾਰੇ ਸਿੱਖਾਂ ਦੇ ਹੇਠਾਂ ਜਿਹੜੀ ਵਿਛਾਈ ਨੂੰ ਵਿਛਾ ਕੇ ਬੜੇ ਹੀ ਆਦਰ ਸਤਿਕਾਰ ਨਾਲ ਸਾਰੇ ਸਿੱਖਾਂ ਨੂੰ ਬਿਠਾਉਣਾ ਕੀਤਾ ਹੈ। ਔਰ ਸਰਬ ਸੇਵਾ ਕਰਨੀ ਕੇ। ਤੇ ਬੜੇ ਹੀ ਭਲੇ ਤਰੀਕੇ ਨਾਲ ਜਿੰਨੇ ਵੀ ਸਿੱਖ ਆਏ ਨੇ, ਸਾਰੇ ਸਿੱਖਾਂ ਦੀ ਉਹ ਜਿਹੜਾ ਸੱਧੂ ਸਿੱਖ ਹੈ ਬੜੇ ਹੀ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਸਾਰਿਆਂ ਦੀ ਸੇਵਾ ਕਰਦਾ ਹੈ ਜੀ। ਚਰਨ ਪਖਾਰਤ ਭਾ ਸਭ ਹੀ ਕੇ। ਤੇ ਸਾਰਿਆਂ ਸਿੱਖਾਂ ਦੇ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਨੂੰ ਪਾਣੀ ਦੇ ਨਾਲ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸਾਰੇ ਸਿੱਖਾਂ ਦੇ ਚਰਨਾਂ ਨੂੰ ਸਾਫ਼ ਕਰਦਾ ਹੈ ਜੀ। ਸ੍ਰੀ ਸਤਿਗੁਰ ਕੇ ਚਰਨ ਪਖਾਰੇ। ਸਾਰੇ ਸਿੱਖਾਂ ਦੇ ਫਿਰ ਚਰਨਾਂ ਨੂੰ ਸਾਫ਼ ਕਰਕੇ ਫਿਰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਆਉਂਦਾ ਏ, ਹੱਥ ਜੋੜ ਕਰਕੇ ਬੇਨਤੀਆਂ ਕਰਕੇ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਨੂੰ ਪਲੋਸਦਾ ਏ। ਬੜੇ ਹੀ ਪ੍ਰੇਮ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਚਰਨਾਂ ਨੂੰ ਪਾਣੀ ਦੇ ਨਾਲ, ਜਲ ਦੇ ਨਾਲ ਸਾਫ਼ ਕਰਦਾ ਹੈ ਜੀ। ਚਰਨ ਅੰਮ੍ਰਿਤ ਕੁਟੰਬ ਮੁਖ ਡਾਰੀ। ਤੇ ਜਿਹੜੇ ਪਾਣੀ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਚਰਨ ਸਾਫ਼ ਕਰਦਾ ਏ, ਪਹਿਲਾਂ ਕੀ ਹੁੰਦਾ ਸੀ, ਜਿੰਨੇ ਵੀ ਗੁਰੂ ਸਾਹਿਬ ਜੀ ਹੋਏ ਹਨ 9ਵੀਂ ਪਾਤਸ਼ਾਹੀ ਤੱਕ, ਉਹ ਆਪਣੇ ਸਿੱਖਾਂ ਨੂੰ ਚਰਨਾ ਅੰਮ੍ਰਿਤ ਦਿਆ ਕਰਦੇ ਸਨ। ਆਪਣੇ ਚਰਨਾਂ ਦਾ ਜਿਹੜਾ ਅੰਮ੍ਰਿਤ ਸੀ ਉਹ ਦਿਆ ਕਰਦੇ ਸਨ। ਫਿਰ ਗੁਰੂ ਗੋਬਿੰਦ ਪਾਤਸ਼ਾਹ ਜੀਆਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲੇਖੇ ਲਾ ਦਿੱਤਾ ਤੇ ਸਾਰੀ ਸੰਗਤ ਨੂੰ ਕਿਹਾ, ਗੁਰੂ ਮਾਨਿਓ ਗ੍ਰੰਥ, ਅੱਜ ਤੋਂ ਤੁਹਾਡਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ। ਉਸ ਵੇਲੇ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਖੰਡੇ ਬਾਟੇ ਦੀ ਪੌਲ ਤਿਆਰ ਕਰ ਦਿੱਤੀ।
ਕਿਉਂਕਿ ਉਸ ਦੇ ਪਿੱਛੇ ਵੀ ਕਾਰਨ ਹੈ। ਜਿਹੜਾ ਚਰਨਾ ਅੰਮ੍ਰਿਤ ਹੈ ਉਹ ਤਾਂ ਬੜਾ ਇੱਕ ਵਿਅਕਤੀ ਤਿਆਰ ਕਰ ਦੇਵੇਗਾ, ਤੇ ਜਿਹੜੀ ਖੰਡੇ ਬਾਟੇ ਦੀ ਪੌਲ ਹੈ ਉਹ 5 ਸਿੱਖਾਂ ਤੋਂ ਬਿਨਾਂ ਤਿਆਰ ਨਹੀਂ ਹੋਵੇਗੀ। ਇਸ ਕਰਕੇ ਇਸ ਖੰਡੇ ਬਾਟੇ ਦੀ ਪੌਲ ਵਿੱਚ ਕੋਈ ਮਨ ਮਤ ਨਹੀਂ ਕਰ ਸਕਦਾ। ਬੜੇ ਪਖੰਡੀ ਜਿਹੜੇ ਆਪਣੀਆਂ ਜਿਹੜੀਆਂ ਅੰਮ੍ਰਿਤ ਤਿਆਰ ਕਰ ਲੈਂਦੇ ਨੇ, ਪਰ ਐਸੇ ਜਿਹੜੇ ਦੁਸ਼ਟ ਹਨ ਉਹ ਬਾਰ-ਬਾਰ ਜੰਮਣ ਮਰਨ ਦੇ ਗੇੜ ਵਿੱਚ ਪੈਂਦੇ ਨੇ ਤੇ ਕੋੜੀ ਹੋ ਕਰਕੇ ਮਰਦੇ ਨੇ। ਇਸ ਤਰੀਕੇ ਨਾਲ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਚਰਨਾ ਅੰਮ੍ਰਿਤ ਸਾਰੇ ਸਿੱਖਾਂ ਨੂੰ ਪਿਆਇਆ ਕਰਦੇ ਸਨ। ਇਸੇ ਤਰੀਕੇ ਨਾਲ ਉਸ ਸੱਧੂ ਸਿੱਖ ਨੇ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਨੂੰ ਧੋ ਕਰਕੇ ਜਿਹੜਾ ਜਲ ਬਚਿਆ ਸੀ, ਅੰਮ੍ਰਿਤ ਬਚਿਆ ਸੀ ਉਹਨਾਂ ਦੇ ਚਰਨਾਂ ਦਾ, ਉਹ ਸਾਰਾ ਆਪਣੇ ਪਰਿਵਾਰ ਦੇ ਮੁਖ ਦੇ ਵਿੱਚ ਪਾਉਣਾ ਕੀਤਾ ਹੈ। ਸਰਬ ਸਾਧਨ ਮਹਿ ਛਿਲਕਨ ਕੀਨਸ। ਫਿਰ ਸਾਰੇ ਪਰਿਵਾਰ ਦੇ ਮੁਖ ਦੇ ਵਿੱਚ ਉਹ ਚਰਨ ਅੰਮ੍ਰਿਤ ਪਾ ਕੇ ਤੇ ਬਾਕੀ ਜੋ ਅੰਮ੍ਰਿਤ ਬਚਿਆ ਉਸ ਦਾ ਛਿੜਕਾਅ ਆਪਣੇ ਘਰ ਦੇ ਵਿੱਚ ਕਰਦਾ ਹੈ ਜੀ। ਭਇਓ ਨਿਹਾਲ ਅਦਕ ਫਲ ਕੀਨਸ। ਤੇ ਚਰਨਾ ਅੰਮ੍ਰਿਤ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦਾ ਕਵੀ ਜੀ ਕਹਿੰਦੇ ਉਹ ਸਿੱਖ ਬੜਾ ਹੀ ਨਿਹਾਲ ਹੋ ਗਿਆ। ਉਹਦੇ ਵਾਸਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਬਖਸ਼ਿਆ। ਸਾਰੇ ਹੀ ਦੁਨੀਆ ਦੇ ਜਿਹੜੇ ਸੁੱਖ ਹਨ ਉਹਦੀ ਝੋਲੀ ਦੇ ਵਿੱਚ ਆ ਪਏ ਹਨ ਜੀ। ਸਭ ਵਿਦ ਕੀ ਸੁਜਤਾ ਤਬ ਕਰੀ। ਫਿਰ ਉਸ ਵੇਲੇ ਉਹ ਜਿਹੜਾ ਸੱਧੂ ਸਿੱਖ ਸੀ ਉਸਨੇ ਬੜੇ ਹੀ ਸੋਹਣੇ ਤਰੀਕੇ ਨਾਲ ਜਿੰਨੇ ਵੀ ਭਾਂਡੇ ਸਨ, ਬਰਤਨ ਸਨ, ਸਾਰੇ ਜਿਹੜੇ ਬਰਤਨਾਂ ਦੀ ਚੰਗੇ ਤਰੀਕੇ ਨਾਲ ਸੁਧਾਈ ਕੀਤੀ, ਸਫਾਈ ਕਰਨਾ ਕੀਤੀ ਹੈ। ਲੇਪਨ ਆਦ ਰਸੋਈ ਧਰੀ। ਤੇ ਸਾਰੇ ਬਰਤਨਾਂ ਨੂੰ ਚੰਗੇ ਤਰੀਕੇ ਨਾਲ ਸੋਧ ਕਰਕੇ, ਸਾਫ਼ ਕਰਕੇ, ਫਿਰ ਰਸੋਈ ਦੇ ਵਿੱਚ ਸਫਾਈ ਕਰਕੇ ਲੇਪਣ ਲੇਪ ਜਿਹੜਾ ਹੈ ਉਹ ਸੱਧੂ ਸਿੱਖ ਲਾਉਣਾ ਕਰਦਾ ਹੈ ਜੀ। ਭੋਜਨ ਕਰਨ ਹਾਰ ਇਸ਼ਨਾਨੇ। ਤੇ ਭੋਜਨ ਨੂੰ ਤਿਆਰ ਕਰਨ ਦੇ ਲਈ ਉਹ ਸੱਧੂ ਸਿੱਖ ਨੇ ਸਾਰੀ ਸਫਾਈ ਕਰਕੇ, ਸਾਡੇ ਵਰਗਾ ਨਹੀਂ ਸੀ, ਸ਼ਰਧਾ ਸੀ ਮਨ ਦੇ ਵਿੱਚ ਵੀ ਗੁਰੂ ਸਾਹਿਬ ਜੀਆਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਆਪਣੇ ਸਰੀਰ ਨੂੰ ਪਹਿਲਾਂ ਸੁਚਮਤਾਈ ਦੇ ਨਾਲ ਸਾਫ਼ ਕਰਾਂ। ਸਾਰੇ ਹੀ ਵਿਹੜੇ ਦੇ ਵਿੱਚ ਸਫਾਈ ਕਰਕੇ ਉਸ ਨੇ ਜਾ ਕਰਕੇ ਫਿਰ ਇਸ਼ਨਾਨ ਕੀਤਾ ਤੇ ਫਿਰ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕਰਨ ਲੱਗਾ ਹੈ ਜੀ। ਸੋਚ ਸੋ ਨੀਰ ਗਇਓ ਭਰ ਆਨੇ। ਤੇ ਬੜਾ ਹੀ ਜਿਹੜਾ ਸਾਫ਼ ਜਿਹੜਾ ਜਲ ਹੈ ਉਸ ਸਾਫ਼ ਜਲ ਨੂੰ ਇੱਕ ਬਰਤਨ ਦੇ ਵਿੱਚ ਭਰਨਾ ਕੀਤਾ ਹੈ ਜੀ। ਬਾਸਨ ਸਗਲ ਮਾਂਜ ਕਰ ਬ੍ਰਿੰਦ। ਤੇ ਜਿੰਨੇ ਵੀ ਬਰਤਨ ਸਨ ਸਾਰੇ ਹੀ ਬਰਤਨਾਂ ਨੂੰ ਚੰਗੇ ਤਰੀਕੇ ਨਾਲ ਉਸ ਸਿੱਖ ਨੇ ਸਾਫ਼ ਕਰਨਾ ਕੀਤਾ ਹੈ। ਆਵਨਤਾ ਕਰ ਤਬਹਿ ਬਿਲੰਦ। ਤੇ ਉਸ ਵੇਲੇ ਸਾਰੇ ਹੀ ਜਗ੍ਹਾ ਦੀ ਜਿਹੜੀ ਸਫਾਈ ਹੈ, ਜੋ ਵੀ ਉੱਥੇ ਸਮਾਨ ਪਿਆ ਸੀ, ਸਾਰੇ ਸਮਾਨ ਦੀ ਚੰਗੇ ਤਰੀਕੇ ਨਾਲ ਸਫਾਈ ਕਰਨਾ ਕੀਤੀ ਹੈ। ਸੁੰਦਰ ਅੰਨ ਚੂਨ ਗੋਤਮਾ। ਤੇ ਉਸ ਹੈ 4 ਪ੍ਰਕਾਰ ਦਾ ਉਹ ਅੰਨ ਤਿਆਰ ਕਰਨਾ ਕੀਤਾ ਹੈ। ਪਹਿਲਾ ਅੰਨ ਜਿਹੜਾ ਚੱਬਣ ਵਾਲਾ, ਜਿਵੇਂ ਭੁੰਨੀ ਹੋਈ ਦਾਲ। ਦੂਸਰਾ ਜਿਹੜਾ ਚਬਾ ਕਰਕੇ ਖਾਧਾ ਜਾਵੇ, ਜਿਵੇਂ ਰੋਟੀ। ਤੇ ਤੀਸਰਾ ਦੁੱਧ ਜਲ, ਇਸ ਤਰੀਕੇ ਦਾ ਪਦਾਰਥ। ਤੇ ਚੌਥਾ ਪਦਾਰਥ ਹੈ ਜਿਹੜਾ ਚੂਪਣ ਵਾਲਾ, ਭਾਵ ਅੰਬ। ਇਸ ਤਰੀਕੇ ਦੇ 4 ਜਿਹੜੇ ਪਦਾਰਥ ਹਨ ਉਸ ਸਿੱਖ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਲਈ ਤਿਆਰ ਕੀਤੇ ਹਨ। ਸਖਮ ਚਾਵਰ ਧਾਰ ਸੁਧ ਭੂਮ। ਤੇ ਫਿਰ ਬਾਸਮਤੀ ਦੇ ਚਾਵਲਾਂ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਸੁਧਾਰ ਕਰਕੇ ਤਿਆਰ ਕੀਤਾ ਹੈ। ਤਹਿਤ ਬਣਾਈ ਦਾਲ ਮਸਾਲੇ। ਤੇ ਬੜੇ ਹੀ ਮਸਾਲੇ ਪਾ ਕਰਕੇ ਫਿਰ ਦਾਲ ਨੂੰ ਤਿਆਰ ਕਰਨਾ ਕੀਤਾ ਹੈ ਜੀ। ਪਾਇਸ ਪਾਕ ਕੀਨ ਬਿਦ ਨਾਲੇ। ਤੇ ਫਿਰ ਚੰਗੇ ਹੀ ਤਰੀਕੇ ਦੇ ਨਾਲ ਦੁੱਧ ਦੀ ਖੀਰ ਨੂੰ ਤਿਆਰ ਕਰਨਾ ਕੀਤਾ ਹੈ। ਖੇਤ ਸੋ ਮੇਲ ਬਣਾਇਓ ਪੀਕੋ। ਤੇ ਕਵੀ ਜੀ ਕਹਿੰਦੇ ਸਿੱਖ ਦੇ ਅੰਦਰ ਸ਼ਰਧਾ ਬੜੀ ਸੀ। ਉਸਨੇ ਖੀਰ ਦੇ ਵਿੱਚ ਘਿਓ ਪਾ ਕਰਕੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਤੀ ਸ਼ਰਧਾ ਰੱਖ ਕੇ ਉਸ ਖੀਰ ਦੇ ਵਿੱਚ ਘਿਓ ਪਾ ਕਰਕੇ ਬੜੀ ਹੀ ਸੋਹਣੀ ਖੀਰ ਤਿਆਰ ਕੀਤੀ ਹੈ ਜੀ। ਘਰ ਤਿਆਰੀ ਭੋਜਨ ਸਭ ਹੀ ਕੋ। ਤੇ ਫਿਰ ਸਾਰੇ ਭੋਜਨ ਦੀ
ਚੰਗੇ ਤਰੀਕੇ ਦੇ ਨਾਲ ਤਿਆਰੀ ਜਿਹੜੀ ਕਰ ਲਈ ਹੈ ਬਹੁ ਦੀਪਕ ਸਗਲੇ ਘਰ ਕਰੇ ਤੇ ਆਪਣੇ ਸਾਰੇ ਹੀ ਘਰ ਦੇ ਵਿੱਚ ਬੜੇ ਹੀ ਜਿਹੜੇ ਦੀਵੇ ਹਨ ਉਹ ਜਗਾਉਣਾ ਕੀਤੇ ਹਨ। ਚੌਂਕੀ ਲਈ ਦਸਾਈ ਤਰੇ ਫਿਰ ਉਸ ਵੇਲੇ ਇੱਕ ਚੌਂਕਾ ਇੱਕ ਪੀੜਾ ਲੈ ਕਰਕੇ ਉਸ ਨੂੰ ਥੱਲੇ ਡਾਉਣਾ ਕੀਤਾ ਹੈ ਸੱਚੇ ਪਾਤਸ਼ਾਹ ਜੀਆਂ ਦੇ ਲਈ। ਹਾਥ ਜੋੜ ਆਗੇ ਹੋਏ ਖੜੋ ਫਿਰ ਉਹ ਸਿੱਖ ਨੇ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਆ ਕਰਕੇ ਖੜਾ ਹੋਇਆ ਹੈ ਜੀ। ਕਹਿਓ ਗੁਰੂ ਜੀ ਭੋਜਨ ਕਰੋ ਇਹ ਸੱਚੇ ਪਾਤਸ਼ਾਹ ਜੀ, ਇਸ ਨਿਮਾਣੇ ਸਿੱਖ ਨੇ ਤੁਹਾਡੇ ਲਈ ਭੋਜਨ ਤਿਆਰ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਭੋਜਨ ਨੂੰ ਆਪ ਜੀ ਛਕਣਾ ਕਰੋ ਜੀ। ਸੁਨਤ ਉਠੇ ਲਖ ਪ੍ਰੇਮ ਕਨੇਰਾ ਤੇ ਸੱਚੇ ਪਾਤਸ਼ਾਹ ਜੀ ਉਸ ਸਿੱਖ ਦੇ ਬੋਲਾਂ ਨੂੰ ਸੁਣ ਕੇ ਉਹਦੇ ਹਿਰਦੇ ਦਾ ਪ੍ਰੇਮ ਵੇਖ ਕਰਕੇ ਮਹਾਰਾਜ ਜੀਆਂ ਨੇ ਉੱਠਣਾ ਕੀਤਾ ਹੈ ਜੀ। ਚੌਂਕੀ ਪਰ ਬੈਠੇ ਜਿਸ ਬੇਰਾ ਗੁਰੂ ਅਰਜਨ ਪਾਤਸ਼ਾਹ ਜੀ ਫਿਰ ਚੌਂਕੀ ਉਸ ਪੀੜੇ ਦੇ ਉੱਪਰ ਜਾ ਕਰਕੇ ਬਿਰਾਜਮਾਨ ਹੁੰਦੇ ਹਨ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ ਤੇ ਉਸ ਸਿੱਖ ਨੇ ਵੱਖੋ ਵੱਖ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਲਈ ਤੇ ਜਿੰਨੀ ਵੀ ਸੰਗਤ ਆਈ ਸੀ ਸਾਰਿਆਂ ਦੇ ਲਈ ਥਾਲ ਜਿਹੜਾ ਪਰੋਸਣਾ ਕੀਤਾ ਹੈ ਜੀ। ਆਖੇ ਭੋਜ ਲੇਹਜ ਅਰ ਜੋਸਾ ਤੇ 4 ਪ੍ਰਕਾਰ ਦਾ ਜਿਹੜਾ ਆਪਾਂ ਭੋਜਨ ਪਹਿਲਾਂ ਸੁਣਿਆ ਸੀ ਉਹ 4 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਹੈ। ਭੱਖ ਜਿਹੜੀਆਂ ਚੱਬਣ ਵਾਲੀਆਂ ਚੀਜ਼ਾਂ, ਭੋਜ ਜਿਵੇਂ ਰੋਟੀ ਆਦਿਕ, ਤੇ ਤੀਸਰਾ ਹੈ ਲੇਹਜ। ਲੇਹਜ ਜਿਹੜੇ ਹਨ ਤਰਲ ਪਦਾਰਥ ਜਿਵੇਂ ਜਲ ਹੋ ਗਿਆ, ਜਿਵੇਂ ਦੁੱਧ ਹੋ ਗਿਆ, ਇਸ ਪ੍ਰਕਾਰ ਦੇ। ਤੇ ਚੌਥਾ ਹੈ ਚੌਸਾ ਜਿਹੜੇ ਚੂਪਣ ਵਾਲੇ ਪਦਾਰਥ ਹਨ ਜਿਵੇਂ ਅੰਬ ਆਦਿਕ। ਇਹ 4 ਪਦਾਰਥ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਰੱਖਣਾ ਕੀਤੇ ਹਨ। ਅਰਸ਼ ਮਦਰ ਆਰ ਕਿਤਕ ਸਲਾਉਣ ਤੇ ਬੜੇ ਹੀ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਸਾਰੇ ਹੀ ਬੜੀ ਸ਼ਰਧਾ ਦੇ ਵਿੱਚ ਭਿੱਜੇ ਹੋਏ ਹਨ ਜੀ। ਆਗੇ ਧਰਿਓ ਗੁਰੂ ਕੇ ਤੌਣ ਫਿਰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਉਹ ਪ੍ਰਸ਼ਾਦੇ ਨੂੰ ਉਸ ਸਿੱਖ ਨੇ ਰੱਖਣਾ ਕੀਤਾ ਹੈ। ਹਾਥ ਜੋੜ ਸਨਮੁਖ ਰਹਿ ਖੜੋ ਤੇ ਗੁਰੂ ਅਰਜਨ ਪਾਤਸ਼ਾਹ ਜੀ ਉਸ ਸਿੱਖ ਦੇ ਕੋਲੋਂ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਛਕਦੇ ਨੇ। ਜਿਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਪ੍ਰਸ਼ਾਦੇ ਨੂੰ ਛਕ ਰਹੇ ਨੇ ਉਹ ਸਿੱਖ ਆਪਣੇ ਦੋਵੇਂ ਹੱਥਾਂ ਨੂੰ ਜੋੜ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਸਨਮੁਖ ਖੜਾ ਹੋਇਆ ਹੈ ਜੀ। ਚਾਹਤ ਹੁਕਮ ਸੋ ਸੇਵਾ ਕਰੂੰ ਤੇ ਆਪਣੇ ਮਨ ਦੇ ਵਿੱਚ ਚਾਹਣਾ ਇੱਛਾ ਰੱਖੀ ਹੈ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰਨਗੇ ਨਾ ਉਸ ਵੇਲੇ ਸਾਹਿਬਾਂ ਜੀਆਂ ਦਾ ਹੁਕਮ ਸੁਣ ਕਰਕੇ ਬੜੀ ਹੀ ਕਾਹਲੀ ਦੇ ਨਾਲ ਮੈਂ ਉਹਨਾਂ ਦੀ ਸੇਵਾ ਕਰਾਂਗਾ। ਐਸੀ ਭਾਵਨਾ ਨੂੰ ਧਾਰਨ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਸਨਮੁਖ ਉਹ ਸਿੱਖ ਨੇ ਖੜਾ ਹੋਣਾ ਕੀਤਾ ਹੈ ਜੀ। ਸਿੱਖਿਆਨ ਸਹਿਤ ਸੋ ਕਰਿਓ ਆਹਾਰੀ ਤੇ ਸਾਰੇ ਹੀ ਸਿੱਖਾਂ ਦੇ ਨਾਲ ਮਿਲ ਕੇ ਕਵੀ ਜੀ ਕਹਿੰਦੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਪ੍ਰਸ਼ਾਦਾ ਜਿਹੜਾ ਹੈ ਉਹ ਛਕਣਾ ਕੀਤਾ ਹੈ ਜੀ। ਤ੍ਰਿਪਤ ਭਏ ਸਭ ਹਾਥ ਪਖਾਰੀ ਤੇ ਫਿਰ ਜਦੋਂ ਸਾਰਿਆਂ ਨੇ ਉਸ ਪ੍ਰਸ਼ਾਦੇ ਨੂੰ ਛਕਣਾ ਕੀਤਾ ਤ੍ਰਿਪਤ ਹੋ ਕਰਕੇ ਰੱਜ ਕਰਕੇ ਫਿਰ ਉਸ ਸਿੱਖ ਨੇ ਸਾਰੇ ਹੀ ਸਿੱਖਾਂ ਦੇ ਤੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਹੱਥ ਜਿਹੜੇ ਸੁੱਚੇ ਕਰਵਾਏ ਹਨ ਜਲ ਦੇ ਨਾਲ। ਤੂੰ ਮਾਨ ਰੱਖਦੇ ਕਾਰਨ ਤੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਉਸ ਸੱਧੂ ਸਿੱਖ ਦਾ ਮਾਣ ਰੱਖਣ ਦੇ ਲਈ ਜੀ ਸਵਾਦ ਸਰਾਹਤ ਭਲੇ ਆਹਾਰਨ ਤੇ ਸੱਚੇ ਪਾਤਸ਼ਾਹ ਜੀ ਬੜਾ ਸਲਾਹੁੰਦੇ ਹਨ ਉਹਦੇ ਪ੍ਰਸ਼ਾਦੇ ਨੂੰ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਸੱਧੂ ਸਿੱਖ ਤੂੰ ਬੜੀ ਹੀ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕੀਤਾ ਹੈ ਤੇ ਤੇਰਾ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਬਹੁਤ ਹੀ ਜਿਹੜਾ ਸਵਾਦਿਸ਼ਟ ਹੈ। ਇਸੇ ਪ੍ਰਕਾਰ ਕਿਉਂਕਿ ਉਹਦੇ ਅੰਦਰ ਸ਼ਰਧਾ ਸੀ। ਜਦੋਂ ਸ਼ਰਧਾ ਰੱਖ ਕਰਕੇ ਬਾਣੀ ਪੜ੍ਹਦਿਆਂ ਗੱਫਾ ਪ੍ਰਸ਼ਾਦਾ ਤਿਆਰ ਕੀਤਾ ਜਾਵੇ ਉਹਦੇ ਅੰਦਰ ਸਾਡੀਆਂ ਭਾਵਨਾ ਚਲੀਆਂ ਜਾਂਦੀਆਂ ਨੇ। ਜਿਸ ਤਰੀਕੇ ਦੀ ਬੰਦੇ ਦੀ ਭਾਵਨਾ ਹੋਵੇਗੀ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਉਸੇ ਤਰੀਕੇ ਦਾ ਹੀ ਪ੍ਰਸ਼ਾਦਾ ਤਿਆਰ ਹੋਵੇਗਾ। ਕਿਉਂਕਿ ਜੈਸਾ ਮਨ ਤੈਸਾ ਅੰਨ, ਜਿਵੇਂ ਦਾ ਬੰਦੇ ਦਾ ਮਨ ਹੋਵੇਗਾ ਪ੍ਰਸ਼ਾਦਾ ਤਿਆਰ ਕਰਨ ਲੱਗਿਆ
ਉਸੇ ਪ੍ਰਕਾਰ ਦਾ ਹੀ ਪ੍ਰਸ਼ਾਦਾ ਤਿਆਰ ਹੋਵੇਗਾ। ਤੇ ਜਿਸ ਤਰੀਕੇ ਦਾ ਪ੍ਰਸ਼ਾਦਾ ਤਿਆਰ ਹੋਇਆ, ਜੈਸਾ ਅੰਨ ਤੈਸਾ ਮਨ। ਫਿਰ ਜਿਵੇਂ ਦਾ ਪ੍ਰਸ਼ਾਦਾ ਤਿਆਰ ਹੋਇਆ ਹੋਵੇਗਾ ਤੇ ਜਿਹੜਾ ਵੀ ਵਿਅਕਤੀ ਉਸ ਪ੍ਰਸ਼ਾਦੇ ਨੂੰ ਛਕੇਗਾ ਫਿਰ ਉਹਦਾ ਮਨ ਵੀ ਐਸਾ ਹੀ ਹੋਵੇਗਾ। ਜਿਵੇਂ ਬੰਦਾ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਮਨ ਦੇ ਵਿੱਚ ਕ੍ਰੋਧ ਧਾਰਨ ਕਰਕੇ ਪ੍ਰਸ਼ਾਦਾ ਤਿਆਰ ਕਰੇ ਤਾਂ ਉਹਦੇ ਅੱਗੋਂ ਹੱਥੋਂ ਛਕਣ ਵਾਲੇ ਵਿਅਕਤੀ ਅੰਦਰ ਵੀ ਕ੍ਰੋਧ ਆਵੇਗਾ ਹੀ ਆਵੇਗਾ। ਇਹ ਗੁਰੂ ਸਾਹਿਬ ਜੀ ਕਈ ਸਮਾਂ ਪਹਿਲਾਂ ਦੱਸ ਗਏ ਸਨ। ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਵੀ ਜਿਹੜੇ ਪਦਾਰਥ ਹਨ ਕਣਕ ਆਦਿਕ, ਜਿਹੜਾ ਵਿਅਕਤੀ ਉਸ ਪਦਾਰਥ ਵੱਲ ਵੇਖ ਕਰਕੇ ਜੋ ਉਹਦੇ ਅੰਦਰ ਦੀ ਭਾਵਨਾ ਹੋਵੇਗੀ, ਇੱਕ ਕਣਕ ਦੇ ਦਾਣੇ ਉੱਪਰ ਵੇਖ ਕਰਕੇ ਜੇ ਉਹਦੇ ਅੰਦਰ ਕ੍ਰੋਧ ਹੋਵੇਗਾ ਤੇ ਉਹ ਕਣਕ ਦਾ ਦਾਣਾ ਜੋ ਖਾਵੇਗਾ ਉਸ ਵਿਅਕਤੀ ਦੇ ਅੰਦਰ ਕ੍ਰੋਧ ਜ਼ਰੂਰ ਆਵੇਗਾ। ਜਿਵੇਂ ਦੀ ਭਾਵਨਾ ਅੰਨ ਨੂੰ ਤਿਆਰ ਕਰਨ ਸਮੇਂ ਹੋਵੇਗੀ, ਉਸੇ ਤਰੀਕੇ ਦੀ ਜਿਹੜੀ ਭਾਵਨਾ ਖਾਣ ਵਾਲੇ ਦੇ ਅੰਦਰ ਆਵੇਗੀ। ਜੇ ਬੰਦਾ ਕ੍ਰੋਧੀ ਹੋਵੇਗਾ ਤੇ ਖਾਣ ਵਾਲੇ ਦੇ ਅੰਦਰ ਵੀ ਕ੍ਰੋਧ ਆਵੇਗਾ। ਜੇ ਕਾਮੀ ਹੋਵੇਗਾ ਤੇ ਖਾਣ ਵਾਲੇ ਦੇ ਅੰਦਰ ਵੀ ਕਾਮ ਆਵੇਗਾ। ਹੁਣ ਆਪਾਂ ਕਈ ਵਾਰ ਕਹਿ ਦਿੰਦੇ ਆ ਵੀ ਗੁਰੂ ਘਰ ਦੇ ਵਿੱਚ ਦਾਲ ਵੀ ਉਸੇ ਤਰੀਕੇ ਨਾਲ ਤਿਆਰ ਹੋਈ, ਉਹ ਬੜੀ ਸਵਾਦ ਲੱਗਦੀ ਏ। ਜੇ ਉਹੀ ਦਾਲ ਅਸੀਂ ਘਰ ਦੇ ਵਿੱਚ ਤਿਆਰ ਕਰੀਏ ਤਾਂ ਉਹ ਖਾਣ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਉਸ ਵੇਲੇ ਅਸੀਂ ਉਸ ਦਾਲ ਨੂੰ, ਉਸ ਪ੍ਰਸ਼ਾਦੇ ਨੂੰ ਬਾਣੀ ਪੜ੍ਹ ਕੇ ਤਿਆਰ ਕੀਤਾ ਗਿਆ ਹੈ। ਸਾਡੀ ਨੇਤਰਾਂ ਦੀਆਂ ਜਿਹੜੀਆਂ ਕਿਰਨਾਂ ਹਨ ਉਸ ਪ੍ਰਸ਼ਾਦੇ ਦੇ ਉੱਪਰ ਪਈਆਂ ਤੇ ਉਹ ਪ੍ਰਸ਼ਾਦਾ ਜਿਹੜਾ ਹੈ ਬੜਾ ਸੁੰਦਰ ਤਿਆਰ ਹੋਇਆ। ਜਿਵੇਂ ਅੰਮ੍ਰਿਤ ਤਿਆਰ ਕਰਦੇ ਨੇ, ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਸਮੇਂ ਆਪਣੀਆਂ ਜਿਹੜੀਆਂ ਅੱਖਾਂ ਦਾ ਧਿਆਨ ਜਿਹੜਾ ਹੈ ਉਹ ਜਲ ਦੇ ਵਿੱਚ ਇਸੇ ਲਈ ਰੱਖਦੇ ਨੇ, ਕਿਉਂਕਿ ਬਾਣੀ ਪੜ੍ਹਦਿਆਂ ਸਾਡੇ ਜਿਹੜੇ ਨੇਤਰਾਂ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ ਉਹ ਜਲ ਦੇ ਉੱਪਰ ਅਸਰ ਕਰਦੀਆਂ ਨੇ। ਤੇ ਜਿਵੇਂ ਦਾ ਬੰਦੇ ਦਾ ਮਨ ਹੋਵੇਗਾ ਉਸੇ ਪ੍ਰਕਾਰ ਦਾ ਹੀ ਅੰਨ ਹੋਵੇਗਾ। ਇਸੇ ਤਰੀਕੇ ਨਾਲ ਉਸ ਸਾਧੂ ਸਿੱਖ ਨੇ ਬੜੀ ਹੀ ਸ਼ਰਧਾ ਧਾਰਨ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਸੀ। ਸਾਡੇ ਵਾਂਗੂ ਲੜਦਿਆਂ ਲੜਦਿਆਂ ਗੱਫੇ ਤਿਆਰ ਨਹੀਂ ਕੀਤੇ। ਮਨ ਦੇ ਵਿੱਚ, ਮੁਖ ਦੇ ਵਿੱਚ ਬਾਣੀ ਪੜ੍ਹਦਿਆਂ ਪੜ੍ਹਦਿਆਂ ਪ੍ਰਸ਼ਾਦਾ ਤਿਆਰ ਕੀਤਾ ਸੀ ਤੇ ਇਸ ਲਈ ਇੰਨਾ ਸਵਾਦਿਸ਼ਟ ਪ੍ਰਸ਼ਾਦਾ ਤਿਆਰ ਹੋਇਆ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਹੇ ਸਿੱਖਾ, ਤੂੰ ਬੜੀ ਸ਼ਰਧਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਹੈ ਤੇ ਤੇਰਾ ਜਿਹੜਾ ਪ੍ਰਸ਼ਾਦਾ ਬਹੁਤ ਹੀ ਸਵਾਦਿਸ਼ਟ ਹੈ ਜੀ। ਹਾਥ ਜੋੜ ਕਹਿ ਮੈਂ ਕਿਸ ਲਾਇਕ। ਤੇ ਸਿੱਖ ਬੜਾ ਹੀ ਨਿਮਰਤਾ ਵਾਲਾ ਸੀ। ਗੁਰੂ ਸਾਹਿਬ ਜੀਆਂ ਦੇ ਪਾਸੋਂ ਵਡਿਆਈ ਸੁਣ ਕੇ ਹੰਕਾਰ ਦੇ ਵਿੱਚ ਨਹੀਂ ਆਇਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤਾਂ ਗਰੀਬ ਸਾਂ, ਇਸ ਲਾਇਕ ਨਹੀਂ ਸੱਚੇ ਪਾਤਸ਼ਾਹ। ਹੇ ਗੁਰੂ ਅਰਜਨ ਪਾਤਸ਼ਾਹ, ਤੇਰੀ ਨਜ਼ਰ ਪੈ ਗਈ ਮੇਰੇ ਗਰੀਬ ਉੱਤੇ, ਤੇਰੀਆਂ ਬਾਦਸ਼ਾਹੀਆਂ ਬਖਸ਼ ਦਿੱਤੀਆਂ, ਮੇਰੀ ਤਾਂ ਔਕਾਤ ਹੀ ਨਹੀਂ ਸੀ। ਮੈਂ ਤਾਂ ਇੱਕ ਕੀੜੀ ਸਾਂ, ਤੂੰ ਸੱਚੇ ਪਾਤਸ਼ਾਹ ਹਾਥੀ ਬਣਾ ਦਿੱਤਾ, ਹਾਥੀ ਜਿੰਨਾ ਬਲ ਬਖਸ਼ ਦਿੱਤਾ, ਇੰਨੀਆਂ ਵਡਿਆਈਆਂ ਬਖਸ਼ ਦਿੱਤੀਆਂ। ਬੜੀ ਹੀ ਨਿਮਰਤਾ ਦੇ ਵਿੱਚ ਆ ਕੇ ਉਹ ਸਾਧੂ ਸਿੱਖ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਬੇਨਤੀਆਂ ਕਰਦਾ ਹੈ, ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਵਡਿਆਈਆਂ ਕਰ ਰਹੇ ਹੋ, ਇਹ ਨਿਮਾਣਾ ਆਪ ਜੀਆਂ ਦੇ ਦਰ ਦਾ ਚੌਰ ਬਰਦਾਰ ਹੈ, ਝਾੜੂ ਫੇਰਨ ਵਾਲਾ ਹੈ। ਸੱਚੇ ਪਾਤਸ਼ਾਹ ਇੰਨੇ ਲਾਇਕ ਨਹੀਂ ਹੈ, ਇਹ ਤਾਂ ਆਪ ਜੀਆਂ ਦੀ ਕਿਰਪਾ ਹੈ ਜੀ। ਦੀਨ ਦਇਆਲ ਤੁਮ ਸਹਿਜ ਸੁਭਾਇਕ। ਇਹ ਦੀਨਾ ਬੰਧੂ ਗੁਰੂ ਅਰਜਨ ਪਾਤਸ਼ਾਹ ਜੀ, ਆਪ ਜੀ ਸਹਿਜ ਸੁਭਾਏ ਹੀ। ਜਿਨ ਦੁਰਜੋਧਨ ਆਦਿਕ ਤਿਆਗੀ। ਜਿਵੇਂ ਸੱਚੇ ਪਾਤਸ਼ਾਹ ਜੀ ਕ੍ਰਿਸ਼ਨ ਭਗਵਾਨ ਜੀ ਦੁਰਯੋਧਨਾਂ ਨੂੰ ਛੱਡ ਕਰਕੇ, ਜਿਵੇਂ ਉਸ ਸਮੇਂ ਕ੍ਰਿਸ਼ਨ ਭਗਵਾਨ ਬੜੇ ਬਲੀ ਸਨ, ਪਰ ਸੱਚੇ ਪਾਤਸ਼ਾਹ ਤੁਹਾਡਾ ਤਪ ਤੇਜ ਉਹ ਕ੍ਰਿਸ਼ਨ ਰਾਜੇ ਤੋਂ ਵੀ ਬੜਾ ਤੇਜ ਹੈ। ਸੱਚੇ ਪਾਤਸ਼ਾਹ ਜੀ ਜਿਵੇਂ ਉਸ ਸਮੇਂ ਕ੍ਰਿਸ਼ਨ ਭਗਵਾਨ ਨੇ ਦੁਰਯੋਧਨਾਂ ਨੂੰ ਛੱਡ ਕਰਕੇ ਜੀ ਸਾਧਨ ਬਿਦਰ ਕੇ ਬਸ ਅਨੁਰਾਗੀ। ਤੇ ਉਸ ਨੇ ਕ੍ਰਿਸ਼ਨ ਭਗਵਾਨ ਨੇ ਸਾਰੇ ਹੀ ਦੁਰਯੋਧਨਾਂ ਨੂੰ ਛੱਡ ਕਰਕੇ ਸੁਦਾਮੇ ਦੇ ਘਰ ਵਿੱਚ, ਗਰੀਬੜੇ ਜੇ ਸੁਦਾਮੇ ਦੇ ਘਰ ਵਿੱਚ ਆ ਕੇ ਡੇਰਾ ਲਾਉਣਾ ਕੀਤਾ ਸੀ। ਇਸੇ ਤਰੀਕੇ ਸੱਚੇ ਪਾਤਸ਼ਾਹ ਜੀ ਮੇਰੇ ਗਰੀਬ ਦੇ ਘਰ ਵਿੱਚ ਤੁਸੀਂ ਸਾਰੇ ਹੀ ਸੁੱਖਾਂ ਨੂੰ ਛੱਡ ਕਰਕੇ ਆਏ ਹੋ ਜੀ। ਸੋ ਬਿਦ ਆਜ ਭਈ ਮਨ ਸਾਥ। ਇਹ ਗੁਰੂ ਅਰਜਨ ਪਾਤਸ਼ਾਹ ਉਹ ਜਿਹੜੀ ਵਿਧੀ ਹੈ ਜਿਸ ਪ੍ਰਕਾਰ ਕ੍ਰਿਸ਼ਨ ਭਗਵਾਨ ਨੇ ਦੁਰਯੋਧਨਾਂ ਨੂੰ ਛੱਡ ਕੇ ਸੁਦਾਮੇ ਦੇ ਘਰ ਵਿੱਚ ਆ ਕੇ ਡੇਰਾ ਲਾਇਆ, ਉਸੇ ਤਰੀਕੇ ਨਾਲ ਆਪ ਜੀ ਅੱਜ ਇਸ ਗਰੀਬ ਸਿੱਖ ਦੇ ਘਰ ਵਿੱਚ ਆਏ ਹੋ ਜੀ।
ਸਭ ਕੋ ਤਾਜ ਨਾਮ ਘਰ ਬਸਨਾਥ। ਇਹ ਸੱਚੇ ਪਾਤਸ਼ਾਹ ਆਪ ਜੀ ਸਾਰੇ ਸੁੱਖਾਂ ਨੂੰ ਐਸ਼ੋ ਆਰਾਮ ਨੂੰ ਛੱਡ ਕੇ ਹੋਰ ਵੀ ਬੜੇ ਤੁਹਾਡੇ ਧਨਾਟ ਸਿੱਖ ਸਨ, ਤੁਸੀਂ ਉਹਨਾਂ ਦੇ ਘਰ ਵੀ ਜਾ ਸਕਦੇ ਸੀ, ਪਰ ਸੱਚੇ ਪਾਤਸ਼ਾਹ ਤੁਸੀਂ ਗਰੀਬਾਂ ਦੀ ਰੱਖਦੇ ਆਏ ਹੋ, ਇਸ ਕਰਕੇ ਇਸ ਗਰੀਬ ਦੇ ਘਰ ਵਿੱਚ ਆਪ ਜੀਆਂ ਨੇ ਆਉਣਾ ਕੀਤਾ ਹੈ ਜੀ। ਰੁਚਿਰ ਚਿਰਤਰ ਵਿਚਿਤਰ ਪਵਿੱਤਰ। ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਜਿਹੜਾ ਸੁਭਾਅ ਹੈ ਉਹ ਕੋਈ ਜਾਣ ਨਹੀਂ ਸਕਦਾ। ਆਪ ਜੀਆਂ ਦੇ ਕੌਤਕ ਬੜੇ ਵਿਚਿੱਤਰ ਹਨ, ਬੜੇ ਹੀ ਵੱਖਰੇ ਹਨ। ਆਪ ਜੀਆਂ ਦੇ ਮਨ ਨੂੰ ਕੋਈ ਵੀ ਜਾਣ ਨਹੀਂ ਸਕਦਾ ਜੀ। ਉਹ ਕਹਿ ਨਾ ਸਕੈ ਆਪ ਕੇ ਚਿੱਤਰ। ਇਹ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਅੰਦਰ ਦੀ ਗੱਲ, ਆਪ ਜੀਆਂ ਦਾ ਚਰਿੱਤਰ ਕੋਈ ਵੀ ਵਿਅਕਤੀ ਜੇ ਸੋਚੇ ਮੈਂ ਆਪ ਜੀਆਂ ਦੇ ਬਾਰੇ ਸਭ ਕੁਝ ਦੱਸ ਦੇਵਾਂ, ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਚਿੱਤਰ ਕੋਈ ਵੀ ਵਰਣਨ ਨਹੀਂ ਕਰ ਸਕਦਾ। ਆਪ ਜੀਆਂ ਦੀ ਵਡਿਆਈ ਕੋਈ ਵੀ ਦੱਸ ਨਹੀਂ ਸਕਦਾ ਜੀ। ਗੁਰ ਪ੍ਰਿਅੰਕ ਪਰ ਪਹੁੰਚੈ ਜਪੈ। ਤੇ ਫਿਰ ਸੱਚੇ ਪਾਤਸ਼ਾਹ ਜੀ ਜਿਹੜੇ ਪਲੰਘ ਦੇ ਉੱਪਰ ਬਿਰਾਜੇ ਹੋਏ ਹਨ, ਦੁਬਾਰਾ ਉੱਠ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਪਲੰਘ ਦੇ ਉੱਪਰ ਜਾ ਕੇ ਬਿਰਾਜਦੇ ਹਨ। ਭੋਜਨ ਅਜਿਉ ਥਿਆ ਜੁਤ ਤਬੈ। ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਪਲੰਘ ਦੇ ਉੱਪਰ ਜਾ ਕੇ ਬਿਰਾਜੇ ਤੇ ਉਹ ਜਿਹੜਾ ਸਾਧੂ ਸਿੱਖ ਸੀ ਉਸਨੇ ਆਪਣੀ ਇਸਤਰੀ ਦੇ ਨਾਲ ਮਿਲ ਕਰਕੇ ਉਸ ਸਮੇਂ ਫਿਰ ਪ੍ਰਸ਼ਾਦਾ ਛਕਣਾ ਕੀਤਾ ਹੈ। ਕੋਨ ਧੰਪਤ ਬਿਜਨਾ ਤੇ ਗਈ। ਤੇ ਫਿਰ ਉਸ ਵੇਲੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਘਰ ਦੇ ਅੰਦਰ ਜਾਂਦਾ ਹੈ ਜੀ। ਕੌਣ ਪ੍ਰੀਤ ਕੋ ਹੰਕਤ ਭਈ। ਤੇ ਬੜੀ ਹੀ ਮਨ ਦੇ ਵਿੱਚ ਪ੍ਰੀਤੀ ਨੂੰ ਉਹ ਧਾਰਨ ਕਰਕੇ ਰੱਖਦੇ ਹਨ, ਬੜਾ ਹੀ ਆਪਸ ਦੇ ਵਿੱਚ ਪ੍ਰੇਮ ਹੈ ਜੀ। ਸੁੰਦਰ ਮ੍ਰਿਦੁਲ ਚਰਨ ਕੋ ਦਹਕੈ। ਫਿਰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਜਾ ਕੇ ਗੁਰੂ ਸਾਹਿਬ ਜੀਆਂ ਦੇ ਕੋਮਲ ਚਰਨਾਂ ਨੂੰ ਪਕੜ ਕਰਕੇ ਉਹਨਾਂ ਦੇ ਉੱਪਰ ਆਪਣਾ ਮਸਤਕ ਰੱਖ ਕਰਕੇ ਬੇਨਤੀਆਂ ਕਰਦੇ ਹਨ। ਕੌਣ ਚਾਂਪਤ ਚਾਂਪ ਚਾਰੂ ਕੋ ਚਹਕੈ। ਤੇ ਫਿਰ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆ ਕਰਕੇ ਉਹਨਾਂ ਦੇ ਅੱਗੇ ਬੇਨਤੀਆਂ ਕਰਦੇ ਹਨ, ਉਹਨਾਂ ਦੇ ਚਰਨਾਂ ਨੂੰ ਸਾਫ਼ ਕਰਦੇ ਹਨ, ਉਹਨਾਂ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਕੇ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਬੇਨਤੀਆਂ ਕਰਦੇ ਹਨ। ਇਹ ਸੱਚੇ ਪਾਤਸ਼ਾਹ ਤੁਸੀਂ ਕਿਸ ਪ੍ਰਕਾਰ ਸਾਡੇ ਕੋਲ ਆਏ ਹੋ, ਕੀ ਕਾਰਨ ਬਣਿਆ, ਇਹ ਸਾਰੀ ਜਿਹੜੀ ਵਿਆਖਿਆ ਸੱਚੇ ਪਾਤਸ਼ਾਹ ਜੀ ਦੱਸਣਾ ਕਰੋ। ਤੁਸੀਂ ਕਿੱਧਰ ਨੂੰ ਚੱਲੇ ਹੋ ਤੇ ਕਿਸ ਕਾਰਨ ਇਸ ਲਾਹੌਰ ਦੇ ਵਿੱਚ ਆਉਣਾ ਕੀਤਾ, ਇਹ ਸੱਚੇ ਪਾਤਸ਼ਾਹ ਸਾਨੂੰ ਦੱਸਣਾ ਕਰੋ। ਇਹ ਜਿਹੜੀਆਂ ਬੇਨਤੀਆਂ ਸਿੱਖ ਗਾਂਹ ਕਰਦਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੱਸਦੇ ਨੇ ਕੀ ਕਾਰਨ ਬਣਿਆ। ਜਹਾਂਗੀਰ ਨੇ ਚਿੱਠੀ ਭੇਜੀ ਤੇ ਉਸ ਚਿੱਠੀ ਨੂੰ ਪੜ੍ਹ ਕੇ ਸਾਨੂੰ ਇੱਥੇ ਆਉਣਾ ਪਿਆ। ਕਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਸ਼ਹਾਦਤ ਦੇਣ ਦੇ ਲਈ ਚੰਦੂ ਦੇ ਕੋਲ ਪਹੁੰਚਦੇ ਨੇ, ਇਹ ਜਿਹੜਾ ਪ੍ਰਸੰਗ ਹੈ ਆਪਾਂ ਅਗਲੇ ਦਿਨਾਂ ਦੇ ਵਿੱਚ ਵਾਚਨਾ ਕਰਾਂਗੇ। ਕਿਸ ਪ੍ਰਕਾਰ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕਰਕੇ ਸ਼ਹੀਦੀ ਦਾ ਇੱਕ ਨਵੇਕਲਾ ਰੂਪ ਤਿਆਰ ਕਰ ਦਿੱਤਾ, ਉਹ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਨਾ ਕਰਾਂਗੇ ਜੀ। ਅੱਜ ਦੀ ਕਥਾ ਵਾਰਤਾ ਜਿਹੜੀ ਇੱਥੋਂ ਤੱਕ ਆਉਣਾ ਕੀਤੀ ਹੈ, ਵਿਚਾਰ ਕਰਦਿਆਂ ਤੋਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਸਾਧ ਸੰਗਤ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰ ਦੇਣਾ ਜੀ। ਆਓ ਆਖਰ ਦੇ ਵਿੱਚ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸੁੰਦਰ ਮ੍ਰਿਦੁਲ ਚਰਨ ਕੋ ਗਹਿਕੈ। ਚਾਂਪਤ ਚਾਂਪ ਚਾਰ ਕੋ ਚਹਕੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Subscribe to our channel by clicking the subscribe button. Click the bell button and enjoy the latest uploads from our channel.